ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਹਰ ਰੋਜ਼ ਦੀ ਤਰ੍ਹਾਂ ਆਪਾਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਕੱਲ ਵਿਚਾਰ ਰਹੇ ਸੀ ਕਿ ਜਿਨ੍ਹਾਂ ਜੀਵਾਂ ਦੇ ਪੂਰੇ ਭਾਗ ਨੇ ਉਹਨਾਂ ਦਾ ਸੁਹਾਗ ਹੈ ਅਸਥਿਰ ਹੋ ਜਾਂਦਾ ਹੈ। ਦੁਬਾਰਾ ਉਹ ਦੁਹਾਗਣ ਨਹੀਂ ਹੁੰਦੀਆਂ, ਦੁਬਾਰਾ ਉਹਨਾਂ ਨੂੰ ਜਨਮ ਮਰਨ ਦੇ ਵਿੱਚ ਨਹੀਂ ਆਉਣਾ ਪੈਂਦਾ। ਉਸ ਨੂੰ ਰਵਣ ਦੇ ਨਾਲ ਸੁਖ ਪ੍ਰਾਪਤ ਹੁੰਦਾ ਹੈ। ਰਾਮ ਰਵਤ ਸਦ ਹੀ ਸੁਖ ਪਾਇਆ, ਮਾਇਆ ਕਰੀ ਪੂਰਨ ਹਰ ਰਾਇਆ। ਕਹੋ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਸਥਿਰ ਸੁਹਾਗ। ਸਥਿਰ ਹੋ ਜਾਂਦਾ ਹੈ, ਸੁਹਾਗ ਪੱਕਾ ਹੋ ਜਾਂਦਾ। ਹਰੀ ਦੇ ਨਾਮ ਦੇ ਨਾਲ ਮਨ ਦਾ ਪਿਆਰ ਪੈ ਜਾਂਦਾ, ਹਰੀ ਦੇ ਨਾਲ ਸੁਹਾਗ ਬਣ ਜਾਂਦਾ ਹੈ। ਇੱਥੇ ਤੱਕ ਆਪਾਂ ਕੱਲ ਵਿਚਾਰ ਕੀਤੀ ਸੀ। ਆਓ ਅਗਲਾ ਸ਼ਬਦ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਬਿਨ ਕਰਤੂਤੀ ਮੁਕਤ ਨਾ ਪਾਈਆ, ਮੁਕਤ ਪਦਾਰਥ ਨਾਮ ਧਿਆਈਆ। ਮੁਕਤੀ ਦੀ ਗੱਲ ਆਈ ਆ। ਮੁਕਤ ਪਦਾਰਥ ਚਾਰ ਪਦਾਰਥ ਨੇ ਜੋ ਆਪਾਂ ਲੈ ਕੇ ਆਉਂਦੇ ਹਾਂ ਸੰਸਾਰ ਦੇ ਵਿੱਚ। ਹਰ ਕੋਈ ਜੀਵ ਪਰਮੇਸ਼ਰ ਚਾਰ ਪਦਾਰਥ ਦੇ ਕੇ ਸਾਨੂੰ ਭੇਜਦਾ ਹੈ, ਜਿਸ ਦੇ ਵਿੱਚ ਧਰਮ, ਅਰਥ, ਕਾਮ, ਮੋਕਸ਼। ਆਪਾਂ ਸਾਰੇ ਜੀਵ ਚਾਰ ਪਦਾਰਥ ਲੈ ਕੇ ਆਉਂਦੇ ਹਾਂ। ਇੱਕ ਪਦਾਰਥ ਅਸੀਂ ਭੁੱਲ ਜਾਂਦੇ ਹਾਂ ਤੇ ਆਪਣੇ ਜੀਵਨ ਨੂੰ ਹਾਰ ਕੇ ਜਾਂਦੇ ਹਾਂ। ਮੈਨੂੰ ਸਮਝਾਉਂਦੇ ਨੇ, ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਸ਼ਿਵ ਤੇ ਸ਼ਕਤੀ ਦਾ ਘਰ ਹੈ ਇਹ ਜੋ ਸੰਸਾਰ ਹੈ, ਜਿਹਦੇ ਵਿੱਚ ਆਪਣਾ ਸਰੀਰ ਆ ਜਾਂਦਾ ਹੈ। ਇਸ ਦੇ ਵਿੱਚ ਇੱਕ ਸ਼ਕਤੀ ਹੈ ਤੇ ਇੱਕ ਮਾਲਕ ਦੀ ਜੋਤ ਹੈ। ਇੱਥੇ ਆ ਕੇ ਮਨ ਵਸਦਾ ਹੈ ਸ਼ਿਵ ਸ਼ਕਤੀ ਦੇ ਘਰ ਦੇ ਵਿੱਚ। ਇਹ ਜਿਹਨੂੰ ਫਿਰ ਦੱਸਦੇ ਨੇ, ਏਕ ਵਿਸਾਰੇ ਤਾਂ ਪਿੜ ਹਾਰੇ। ਇੱਥੇ ਆ ਕੇ ਇੱਕ ਨੂੰ ਵਿਸਾਰ ਦਿੰਦਾ ਹੈ ਤੇ ਆਪਣੇ ਬਾਜੀ ਹਾਰ ਜਾਂਦਾ ਹੈ। ਤੇ ਕੀ ਵਿਸਾਰਦਾ ਹੈ? ਅੰਦਲੇ ਨਾਮ ਵਿਸਾਰਾ ਹੈ। ਜੋ ਨਾਮ ਹਰ ਥਾਂ ਤੇ ਹੈ, ਸਦਾ ਸਾਹਮਣੇ ਹੈ, ਉਸ ਨੂੰ ਇਹ ਵਿਸਾਰ ਦਿੰਦਾ ਹੈ। ਕਿਉਂਕਿ ਮਨ ਦੋ ਜੋਤਾਂ 'ਚ ਹੋਣ ਕਰਕੇ ਉਸ ਨੂੰ ਦੇਖਣਾ ਭੁੱਲ ਜਾਂਦਾ ਹੈ। ਸਾਹਮਣੇ ਹੁੰਦੇ ਵੀ ਨਜ਼ਰ ਨਹੀਂ ਆਉਂਦਾ, ਇਸ ਕਰਕੇ ਅੰਦਰਾ ਕਹਿ ਦਿੱਤਾ ਹੈ। ਇਸ ਕਰਕੇ ਮੇਰਾ ਸਮਝਾਉਂਦੇ ਨੇ, ਜਿਹੜਾ ਫਿਰ ਮੁਕਤੀ ਦਾ ਪਦਾਰਥ ਹੈ ਉਹ ਨਾਮ ਨੂੰ ਧਿਆ ਕੇ ਹੀ ਸਾਨੂੰ ਮਿਲਦਾ ਹੈ। ਜੇ ਇਹ ਕਰਮ ਨਹੀਂ ਕਰਦੇ, ਨਾਮ ਨਹੀਂ ਧਿਆਉਂਦੇ, ਨਾਮ ਧਿਆਉਣ ਤੋਂ ਬਿਨਾਂ ਸਾਨੂੰ ਮੁਕਤੀ ਨਹੀਂ ਮਿਲਣੀ। ਕਿਉਂਕਿ ਇਹ ਕਰਮ ਹੈ। ਕਰਤੂਤ ਕਹਿ ਦਓ, ਕਰਮ ਕਹਿ ਦਓ, ਕਿਉਂਕਿ ਆਮ ਜ਼ਿਆਦਾ ਆਪਾਂ ਕਿਸੇ ਮਾੜੇ ਕਰਮ ਨੂੰ ਕਰਤੂਤ ਲੈ ਲੈਂਦੇ ਹਾਂ। ਕਰਤੂਤ ਦਾ ਹੈ ਕੋਈ ਕਰਮ ਕਰਨਾ, ਨਾਮ ਧਿਆਉਣਾ। ਜਦ ਤੱਕ ਨਾਮ ਨਹੀਂ ਧਿਆਉਂਦੇ, ਇਸ ਤੋਂ ਬਿਨਾਂ ਮੁਕਤੀ ਨਹੀਂ ਮਿਲਣੀ। ਕਿਉਂਕਿ ਮੁਕਤੀ ਤਾਂ ਨਾਮ ਪਦਾਰਥ ਨਾਲ ਹੀ, ਨਾਮ ਧਿਆ ਕੇ ਹੀ ਮਿਲਣੀ ਹੈ। ਤੇ ਹੁਣ ਇੱਥੇ ਸਮਝਾਉਂਦੇ ਨੇ, ਜਿਹੜੇ ਲੋਕ ਦਿਖਾਵਾ ਤਾਂ ਕਰਦੇ ਨੇ ਧਰਮ ਦਾ,
ਲੇਕਿਨ ਕਰਦੇ ਅਧਰਮ ਨੇ, ਪਹਿਰਾਵਾ ਕਰ ਲੈਂਦੇ ਨੇ। ਉਸ ਸਮੇਂ ਗੁਰੂ ਸਾਹਿਬਾਨਾਂ ਦੇ ਸਮੇਂ ਇਹ ਜੋ ਸ਼ਬਦ ਹੈ ਕਿਸੇ ਪੰਡਤ ਵਾਸਤੇ ਹੈ, ਅਖੌਤੀ ਪੰਡਤ, ਜਾਂ ਆਪਾਂ ਕਹਿ ਦਈਏ ਅਖੌਤੀ ਬ੍ਰਾਹਮਣ। ਗੁਰਬਾਣੀ ਦੇ ਵਿੱਚ ਬ੍ਰਾਹਮਣ ਨੂੰ ਕਿਤੇ ਮਾੜਾ ਨਹੀਂ ਕਿਹਾ, ਪਰ ਬ੍ਰਾਹਮਣ ਹੋਵੇ, ਬ੍ਰਾਹਮਣ ਨੂੰ ਬੜਾ ਸਤਿਕਾਰ ਹੈ। ਪੰਡਤ ਨੂੰ ਮਾੜਾ ਨਹੀਂ ਕਿਹਾ, ਪਰ ਜੇ ਪੰਡਤ ਹੋਵੇ, ਜਿਹੜੇ ਦਿਖਾਵੇ ਦੇ ਪੰਡਤ ਨੇ, ਅਖੌਤੀ ਪੰਡਤ ਨੇ, ਐਸੇ ਜੀਵਾਂ ਨੂੰ ਗੁਰੂ ਸਾਹਿਬਾਂ ਨੇ ਫਿਰ ਉਹਨਾਂ 'ਤੇ ਇਹ ਤੰਜ ਕੱਸੇ ਨੇ। ਤੇ ਇੱਥੇ ਸਮਝਾਉਂਦੇ ਨੇ, ਧੋਤੀ ਖੋਲ ਵਿਛਾਏ ਹੇਠ, ਗਰਤਬ ਵਾਂਗੂ ਲਾਹੇ ਪੇਟ। ਵੀ ਇਹ ਜੀਵ ਐਸੇ ਨੇ, ਕਿਉਂਕਿ ਧੋਤੀਆਂ ਬੜੀਆਂ ਬੜੀਆਂ ਬਾਹਮਣਾਂ ਦੇ ਹੁੰਦੀਆਂ ਸੀ, ਪੰਡਤਾਂ ਦੇ, ਅਤੇ ਜਿੱਥੇ ਬੈਠਣਾ ਹੈ ਧੋਤੀ ਖੋਲ੍ਹਦਾ, ਥੱਲੇ ਵਿਛਾ ਲੈਂਦਾ ਹੈ ਅਤੇ ਬੈਠ ਜਾਂਦਾ ਹੈ। ਅਤੇ ਪੇਟ ਕਿਹੋ ਜਿਹਾ ਹੈ? ਗਧੇ ਦੀ ਨਿਆਈ, ਕਿਉਂਕਿ ਖਾਂਦਾ ਹੈ, ਖਾ ਖਾ ਕੇ ਪੇਟ ਹੀ ਵਧਾਉਂਦੇ ਨੇ ਐਸੇ ਲੋਕ ਜਿਹੜੇ। ਅਤੇ ਉਸੇ ਜੀਵਾਂ ਨੂੰ ਕਰਮ ਕੋਈ ਕਰਨਾ ਨਹੀਂ ਹੁੰਦਾ, ਅਤੇ ਧੋਤੀ ਖੋਲ੍ਹੀ ਅਤੇ ਥੱਲੇ ਵਿਛਾ ਲਈ, ਅਤੇ ਗਧੇ ਵਰਗਾ ਉਸ ਦਾ ਪੇਟ ਹੈ। ਅਤੇ ਹੋਰ ਕੀ ਕਹਿੰਦੇ, ਕੀ ਕਰਦੇ ਨੇ ਐਸੇ ਲੋਕ? ਪੂਜਾ ਤਿਲਕ ਕਰਤ ਇਸ਼ਨਾਨਾ, ਇਸ਼ਨਾਨ ਕਰਦਾ ਹੈ, ਦਿਖਾਵਾ ਕਰਦਾ ਹੈ, ਪੂਜਾ ਕਰਨ ਦਾ ਬਹਾਨਾ ਕਰਦਾ ਹੈ, ਮੱਥੇ 'ਤੇ ਤਿਲਕ ਲਾ ਲੈਂਦਾ ਹੈ, ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਦਾ ਹੈ। ਛੁਰੀ ਕਾਢ ਲੇਵੈ ਹੱਥ ਦਾਨਾ। ਅਤੇ ਛੁਰੀ ਕੀ ਹੈ? ਕਿ ਲੋਕਾਂ ਨੂੰ ਡਰਾ ਡਰਾ ਕੇ, ਇੱਕ ਤਾਂ ਵਾਰੀ ਪੇ ਕਰਦਾ ਮੈਂ ਬ੍ਰਾਹਮਣ ਹਾਂ, ਫਿਰ ਡਰਾਉਂਦਾ ਹੈ ਲੋਕਾਂ ਨੂੰ, ਅਤੇ ਉਹਨਾਂ ਤੋਂ ਦਾਨ ਲੈਂਦਾ ਹੈ ਡਰਾ ਕੇ। ਜਿਵੇਂ ਅੱਜ ਵੀ ਸੰਸਾਰ ਦੇ ਵਿੱਚ, ਜਿਸ ਦੇ ਵਿੱਚ ਆਪਣੇ ਧਰਮ ਦੇ ਲੋਕ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ, ਜਿਹੜੇ ਸਿੱਖ, ਜਿਹਨੂੰ ਆਪਾਂ ਅਖੌਤੀ ਸਿੱਖ ਕਹਿ ਲਈਏ, ਅਖੌਤੀ ਸੰਤ ਕਹਿ ਲਈਏ, ਅਖੌਤੀ ਸਾਧ ਕਹਿ ਲਈਏ, ਜਿਨ੍ਹਾਂ ਦਾ ਕੰਮ ਹੈ ਡਰਾ ਕੇ ਧਨ ਦੌਲਤ ਲੈਣਾ ਦਾਨ ਦੇ ਬਹਾਨੇ। ਇੱਦਾਂ ਇਹ ਕਰਦੇ ਨੇ ਉਸ ਸਮੇਂ ਦੇ ਜਿਹੜੇ ਬ੍ਰਾਹਮਣ ਸੀ, ਪੰਡਤ ਸੀ। ਵੇਦ ਪੜ੍ਹੈ ਮੁਖ ਮੀਠੀ ਬਾਣੀ, ਵੇਦਾਂ ਨੂੰ ਪੜ੍ਹਦਾ ਹੈ, ਮੁੱਖੋਂ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਉਂਦਾ ਹੈ, ਬਾਣੀ ਸੁਣਾਉਂਦਾ ਹੈ, ਬਾਣੀ ਦੀ ਵਿਚਾਰਾਂ ਕਰਦਾ ਹੈ। ਜੀਆਂ ਕੋਹਤ ਨਾ ਸੰਘੈ ਪ੍ਰਾਣੀ, ਪਰ ਜੀਵਾਂ ਨੂੰ ਲੁੱਟਦਾ ਕੋਂਦਾ। ਇਹਨੂੰ ਮਤਲਬ ਸਮਝਾਉਂਦੇ ਨੇ, ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਜਿਵੇਂ ਬੱਕਰੇ ਨੂੰ ਕੋਂਦਾ ਹੈ ਜੀਵ, ਇੱਦਾਂ ਸਾਨੂੰ ਅਪਾਖਿਆ, ਉਹ ਗਿਆਨ ਨਹੀਂ ਦਿੰਦੇ ਜਿਹੜਾ ਪਾਖਣ ਦੇ ਵਿੱਚ ਹੈ। ਉਹ ਮਾੜਾ ਵਿਚਾਰ, ਮਾੜੀਆਂ ਗੱਲਾਂ ਸੁਣਾਉਂਦੇ ਨੇ ਅਤੇ ਸਾਨੂੰ ਕੋਂਦੇ ਨੇ। ਇੱਕ ਤਾਂ ਸਾਡਾ ਸਵਾਸਾਂ ਰੂਪੀ ਧਨ ਲੁਟਾਉਂਦੇ ਨੇ, ਅਤੇ ਇੱਕ ਫਿਰ ਸਾਨੂੰ ਆਰਥਿਕ ਪੱਖੋਂ ਲੁੱਟਦੇ ਨੇ, ਧਨ ਦੌਲਤ ਲੁੱਟ ਲੈਂਦੇ ਨੇ ਡਰਾ ਕੇ, ਰਹਿਮ ਨਹੀਂ ਕਰਦੇ। ਅਤੇ ਇੱਦਾਂ ਫਿਰ ਉਹ ਜੀਵ ਕਰਦੇ ਨੇ, ਅਤੇ ਬਾਹਰੋਂ ਲੱਗਦਾ ਹੈ ਕਿ ਇਹ ਬ੍ਰਹਮ ਦੀ ਵਿਚਾਰ ਕਰਦੇ ਨੇ। ਕਹੋ ਨਾਨਕ ਜਿਸ ਕਿਰਪਾ ਤਾਰੈ, ਹਿਰਦਾ ਸੁਧ ਬ੍ਰਹਮ ਵਿਚਾਰਾ। ਵੀ ਜਿਹੜੀ ਬ੍ਰਹਮ ਦੀ ਵਿਚਾਰ ਹੈ, ਇਹ ਕਦੋਂ ਕਰ ਸਕਦਾ ਹੈ ਜੀਵ? ਬ੍ਰਹਮ ਦੀ ਵਿਚਾਰ ਕਦੋਂ ਕਰ ਸਕਦਾ ਹੈ? ਜਦੋਂ ਪਰਮੇਸ਼ਰ ਕਿਰਪਾ ਕਰਦਾ ਹੈ ਕਿਸੇ ਜੀਵ ਦੇ ਉੱਤੇ, ਫਿਰ ਉਹ ਪਰਮੇਸ਼ਰ ਉਹਦਾ ਹਿਰਦਾ ਸ਼ੁੱਧ ਕਰ ਦਿੰਦਾ ਹੈ, ਹਿਰਦੇ 'ਚ ਆ ਵਸ ਜਾਂਦਾ ਹੈ, ਫਿਰ ਆਪ ਆਪਣੀ ਵਿਚਾਰ ਕਰਵਾਉਂਦਾ ਹੈ। ਨਹੀਂ ਤਾਂ ਜਿਵੇਂ ਅੱਜ ਆਪਾਂ ਨੂੰ ਗੁਰੂ ਸਾਹਿਬ ਸਮਝਾਉਂਦੇ ਨੇ ਬਈ ਭਗਤੀ ਪਰਮੇਸ਼ਰ ਦੀ ਕੌਣ ਕਰਦੇ ਨੇ? ਗੁਰਮੁਖ। ਕਿਉਂਕਿ ਗੁਰਮੁਖਾਂ ਨੂੰ ਆਪ ਸਾਜਦਾ ਹੈ, ਆਪ ਆਪਣੇ ਕਰਮ ਚਲਾਉਂਦਾ ਹੈ, ਆਪ ਹਿਰਦੇ 'ਚ ਵਸਦਾ ਹੈ, ਆਪ ਉਹਨਾਂ ਦਾ ਹਿਰਦਾ ਸ਼ੁੱਧ ਕਰ ਦਿੰਦਾ ਹੈ।
ਉਹ ਭਗਤੀ ਕਰ ਸਕਦੇ ਨੇ। ਜਿਵੇਂ ਚੌਥੇ ਪਾਤਸ਼ਾਹ ਜੀ ਨੇ ਫਿਰ ਜਿਹੜੇ ਆਪਣੇ ਰਾਗੀ ਨਾਦੀ ਸੀ ਇਹਨਾਂ ਨੂੰ ਵੀ ਵਿੱਚ ਹੀ ਲਿਆ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਪਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕੀਜੈ। ਕਹਿੰਦੇ ਉਹਨਾਂ ਅੰਦਰ ਕਪਟ ਹੈ, ਵਿਕਾਰ ਹੈ, ਉਹ ਜੇ ਵਿਰਾਗ ਦੇ ਵਿੱਚ ਵੀ ਕੀਰਤਨ ਕਰਨਗੇ ਵਿਅਰਥ ਹੈ, ਕਿਉਂਕਿ ਅੰਦਰ ਤਾਂ ਕਪਟ ਹੈ। ਜਿਨ ਅੰਤਰ ਕਪਟ ਵਿਕਾਰ ਹੈ ਤਿਨ ਰੋਏ ਕਿਆ ਕੀਜੈ। ਹਰ ਕਰਤਾ ਸਭ ਕਈ ਜਾਣਦਾ, ਸਿਰ ਰੋਗ ਹੱਥ ਦੀਜੈ। ਜਿਨ੍ਹਾਂ ਨਾਨਕ ਗੁਰਮੁਖ ਹਿਰਦਾ ਸੁਧ ਹੈ, ਹਰ ਭਗਤ ਹਰ ਲੀਜੈ। ਵੀ ਉਹ ਹਰੀ ਦੀ ਭਗਤ ਕਰਦੇ ਨੇ, ਉਹਨਾਂ ਤੋਂ ਆਪਾਂ ਗਿਆਨ ਲੈ ਸਕਦੇ। ਜਿਨ੍ਹਾਂ ਦਾ ਹਿਰਦਾ ਸ਼ੁੱਧ ਹੈ ਉਹ ਬ੍ਰਹਮ ਦੀ ਵਿਚਾਰ ਕਰਦੇ ਨੇ, ਪਰ ਤਾਂ ਕਰਦੇ ਨੇ ਜਦੋਂ ਆਪ ਮਾਲਕ ਕਿਰਪਾ ਕਰਦਾ ਹੈ। ਜਦ ਤੱਕ ਆਪ ਆਪਣੀ ਵਿਚਾਰ ਨਹੀਂ ਕਰਾਉਂਦਾ ਆਪਾਂ ਉਸ ਦੀ ਵਿਚਾਰ ਨਹੀਂ ਕਰ ਸਕਦੇ। ਜਦ ਤੱਕ ਸਾਨੂੰ ਨਹੀਂ ਜਣਾਉਂਦਾ ਅਸੀਂ ਨਹੀਂ ਜਾਣ ਸਕਦੇ, ਅਸੀਂ ਉਹਦੇ ਗੁਣਾਂ ਦਾ ਵਖਿਆਨ ਨਹੀਂ ਕਰ ਸਕਦੇ। ਜਿਸੇ ਜਨਾਵੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਦਾ ਤੇਰਾ ਕੀਆ ਸਭ ਹੋਏ। ਫਿਰ ਆਪ ਕਰਦਾ ਆਪਣਾ ਕੀਆ ਹੁੰਦਾ ਹੈ। ਜਿਨ੍ਹਾਂ ਤੇ ਦਇਆ ਕਰਦਾ ਹੈ ਉਹ ਕਦੇ ਵੀ ਨਹੀਂ ਕਹਿਣਗੇ, ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਵੀ ਅਸੀਂ ਨਹੀਂ ਬੋਲਦੇ, ਜਿਵੇਂ ਬੁਲਾਉਂਦਾ ਉਵੇਂ ਬੋਲਦੇ ਹਾਂ। ਜਿਉਂ ਤੂੰ ਬੁਲਾਏ ਤੇ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ। ਸਾਡੀ ਕੀ ਔਕਾਤ ਹੈ ਕਿ ਅਸੀਂ ਬੋਲੀਏ। ਹਾਂ, ਤੂੰ ਬੁਲਾਉਂਦਾ ਫਿਰ ਬੋਲਦੇ ਹਾਂ। ਇਸ ਕਰਕੇ ਭੇਖ ਜਿਹੜਾ ਹੈ, ਜਿਹੜਾ ਭੇਖ ਕਰਦੇ ਨੇ ਅੱਜ ਵੀ ਕਰਦੇ ਨੇ, ਕਿੱਡੇ ਕਿੱਡੇ ਢਿੱਡ ਬੜੇ ਬੜੇ ਕੰਮ ਕਰਦੇ ਨੇ, ਲੋਕਾਂ ਨੂੰ ਡਰਾ ਡਰਾ ਕੇ ਲੁੱਟ ਲੈਂਦੇ ਨੇ। ਐਸੇ ਜੀਵਾਂ ਤੋਂ ਗੁਰਬਾਣੀ ਸਾਨੂੰ ਬਚਾਉਂਦੀ ਹੈ। ਐਸੇ ਲੋਕਾਂ ਤੋਂ ਸਾਨੂੰ ਸਾਡੀ ਰਾਖੀ ਕਰਦੀ ਹੈ। ਸਤਿਗੁਰੂ ਜੀ ਸਾਡੀ ਰਖਵਾਲੀ ਕਰਦੇ ਨੇ ਕਿ ਐਸੇ ਜੀਵਾਂ ਤੋਂ ਬਚੋ। ਕਿਉਂਕਿ ਐਸੇ ਜੀਵ ਨਾ ਤਾਂ ਆਪ ਮੁਕਤ ਹੋ ਸਕਦੇ ਤੇ ਨਾ ਦੂਜੇ ਨੂੰ ਮੁਕਤ ਕਰ ਸਕਦੇ ਨੇ। ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹਾਉ ਪੰਕਤੀਆਂ ਨੇ। ਥਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਥਿਰ ਘਰ ਸਮਝਾਉਂਦੇ ਨੇ ਸਤਿਗੁਰੂ ਜੀ ਸਾਡੇ ਮਨ ਨੂੰ ਕਿ ਤੁਸੀਂ ਥਿਰ ਘਰ ਦੇ ਵਿੱਚ ਬੈਸੋ, ਉੱਥੇ ਬਸੋ। ਉੱਥੇ ਥਿਰ ਘਰ ਦੇ ਵਿੱਚ ਕੌਣ ਵਸਦਾ? ਹੋਰ ਸਤਿਗੁਰੂ ਆ ਵਸਦਾ ਹੈ। ਫਿਰ ਉਹ ਸਾਡੇ ਕਾਰਜ ਆਪ ਸਵਾਰਦਾ ਹੈ, ਮਨ ਦੇ ਕਾਰਜਾਂ ਨੂੰ ਆਪ ਸਵਾਰਦਾ ਹੈ। ਜਦੋਂ ਅਸੀਂ ਥਿਰ ਘਰ ਵਿੱਚ ਚਲੇ ਜਾਂਦੇ ਹਾਂ ਉੱਥੇ ਸਾਨੂੰ ਆਪ ਸੰਵਾਰਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਮਾਤਾ ਬੱਚੇ ਨੂੰ ਸੰਭਾਲਦੀ ਹੈ, ਉਸ ਨੂੰ ਭੋਜਨ ਦਿੰਦੀ, ਉਸ ਨੂੰ ਨਲਾਉਂਦੀ ਹੈ, ਧਲਾਉਂਦੀ ਹੈ। ਇੱਦਾਂ ਹੀ ਕਿਉਂਕਿ ਜਦੋਂ ਬੱਚਾ ਘਰ ਹੁੰਦਾ ਹੈ, ਇੱਦਾਂ ਹੀ ਜਦੋਂ ਅਸੀਂ ਮਨ ਸਾਡਾ ਘਰ ਚਲੇ ਜਾਂਦਾ ਹੈ ਫਿਰ ਆਪ ਸਾਨੂੰ ਸੰਵਾਰਦਾ ਹੈ, ਆਪ ਸਾਨੂੰ ਨਾਮ ਧਨ ਦਿੰਦਾ ਹੈ, ਨਾਮ ਦਾ ਭੋਜਨ ਖਿਲਾਉਂਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਆਪ ਸੰਭਾਲਦਾ ਹੈ ਜਦੋਂ ਆਪ ਦਇਆ ਕਰਦਾ ਹੈ। ਇਸ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਅਸੀਂ ਥਿਰ ਘਰ 'ਚ ਵਸਣਾ, ਕਿਉਂਕਿ ਥਿਰ ਘਰ ਦੇ ਵਿੱਚ ਆਪ ਸਤਿਗੁਰ ਵਸਦਾ ਹੈ ਸਾਰਿਆਂ ਦੇ। ਕੋਈ ਵੀ ਜੀਵ ਐਸਾ ਨਹੀਂ ਜਿਹਦੇ ਘਰ ਸਤਿਗੁਰ ਦਾ ਵਾਸਾ ਨਹੀਂ ਹੈ, ਪਰ ਥਿਰ ਘਰ 'ਚ ਹੈ। ਜਿਹੜਾ ਇਹ ਨਾਸਵਾਨ ਘਰ ਹੈ ਸਾਡਾ, ਉਸ ਦੇ ਵਿੱਚ ਨਹੀਂ ਵਸਦਾ, ਕਿਉਂਕਿ ਅਵਿਨਾਸੀ ਘਰ 'ਚ ਰਹਿੰਦਾ ਹੈ।
ਇੱਕ ਸਾਡਾ ਮਨ ਹੈ ਜਿਹੜਾ ਇਸ ਨਾਸਵਾਨ ਦੇ ਵਿੱਚ ਆ ਕੇ ਵਸਦਾ ਹੈ। ਅਵਿਨਾਸੀ ਘਰ ਨੂੰ ਛੱਡ ਕੇ ਅਸੀਂ ਆ ਗਏ ਨਾਸਵਾਨ ਘਰ ਦੇ ਵਿੱਚ, ਜਿਹਨੇ ਇੱਕ ਦਿਨ ਟੈ ਟੇਰੀ ਹੋਣਾ ਹੈ। ਲੇਕਿਨ ਸਤਿਗੁਰ ਕਿੱਥੇ ਵਸਦਾ ਹੈ? ਥਿਰ ਘਰ ਦੇ ਵਿੱਚ, ਅਵਿਨਾਸੀ ਘਰ ਦੇ ਵਿੱਚ, ਜਿਹਨੂੰ ਮਹਾਰਾਜ ਸਮਝਾਉਂਦੇ ਨੇ ਕਿਉਂਕਿ ਆਪ ਅਵਿਨਾਸੀ ਪੁਰਖ ਹੈ, ਆਵਣ ਜਾਵਣ ਤੋਂ ਰਹਿਤ ਹੈ ਤੇ ਸਦਾ ਹੈ, ਸਾਰਿਆਂ 'ਚ ਵਸਦਾ ਹੈ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮਹਿ ਰਹਾ ਸਮਾਏ। ਉਹ ਸਾਰੇ ਸਮਾਇਆ। ਕਿਹੋ ਜਿਹਾ ਸਤਿਗੁਰ? ਪ੍ਰਕਾਸ਼, ਕੋਈ ਆਕਾਰ ਨਹੀਂ ਹੈ, ਪ੍ਰਕਾਸ਼ ਰੂਪ ਹੈ। ਉਹ ਫਿਰ ਸਾਡੇ ਮਨ ਦੇ ਕਾਜ ਸਵਾਰਦਾ ਹੈ। ਦੁਸ਼ਟ ਦੂਤ ਪਰਮੇਸ਼ਰ ਮਾਰੇ। ਸਾਡੇ ਅੰਦਰ ਜਿਹੜੇ ਦੁਸ਼ਟ ਨੇ, ਜਿਹੜੇ ਸਾਡੇ ਮਨ ਨੂੰ ਲੁੱਟਦੇ ਨੇ, ਜਿਹੜੇ ਮਨ ਨੂੰ ਦਾ ਧਨ ਲੁੱਟ ਲੈਂਦੇ ਨੇ ਤੇ ਮਨ ਨੂੰ ਦੁੱਖ ਦਿੰਦੇ ਨੇ, ਮਨ ਨੂੰ ਦੜਾਉਂਦੇ ਨੇ ਉੱਧਰ ਅੱਧਰ ਨੂੰ, ਉਹਨਾਂ ਨੂੰ ਆਪ ਪਰਮੇਸ਼ਰ ਮਾਰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਪੰਜ ਦੂਤ ਨੇ, ਇਹਨਾਂ ਨੂੰ ਆਪ ਮਾਰਦਾ ਹੈ ਜੇ ਅਸੀਂ ਥਿਰ ਘਰ ਦੇ ਵਿੱਚ ਵਸਾਂਗੇ। ਇਸ ਕਰਕੇ ਮੇਰਾ ਸਮਝਾਉਂਦੇ ਵੀ ਉੱਥੇ ਵੈਸੋ, ਥਿਰ ਘਰ 'ਚ ਵਾਸਾ ਕਰੋ। ਜਨ ਕੀ ਪੈਜ ਰੱਖੀ ਕਰਤਾਰੇ। ਉੱਥੇ ਫਿਰ ਆਪਣੇ ਜਨਾਂ ਦੀ ਪੈਜ ਆਪ ਪਰਮੇਸ਼ਰ ਰੱਖਦਾ ਹੈ ਥਿਰ ਘਰ ਦੇ ਵਿੱਚ। ਬਾਦਸ਼ਾਹ ਸਭ ਬਸ ਕਰਦੀ ਨੇ। ਬਾਦਸ਼ਾਹ ਕਿਹੜੇ ਬਾਦਸ਼ਾਹ ਸੀ? ਇਹੀ ਜਿਹੜੇ ਪਹਿਲਾਂ ਬਾਦਸ਼ਾਹ ਬਣੇ ਹੋਏ ਸੀ। ਇਹਨਾਂ ਨੂੰ ਫਿਰ ਸਾਡੇ ਵਸ ਵਿੱਚ ਕਰਦੇ, ਕਿਉਂਕਿ ਆਪਾਂ ਵੀ ਬਾਦਸ਼ਾਹ ਹਾਂ, ਸਾਡਾ ਮਨ ਵੀ ਰਾਜਾ ਹੈ। ਪਰ ਮਨ ਨੂੰ ਬੰਦੀ ਬਣਾ ਕੇ ਰਾਜ ਕੌਣ ਕਰਦੇ ਨੇ? ਇਹ ਪੰਜ। ਜਦੋਂ ਮਨ ਇੱਧਰੋਂ ਆਜ਼ਾਦ ਹੋ ਕੇ ਆਪਣੇ ਘਰ 'ਚ ਵਸਦਾ ਹੈ, ਫਿਰ ਇਹ ਪੰਜ ਸਾਡੇ ਨੌਕਰ ਬਣ ਜਾਂਦੇ ਨੇ। ਭਗਤਾਂ ਦੇ ਇਹ ਪਾਣੀਹਾਰ ਨੇ। ਲੋਕਾਂ ਨੂੰ, ਸੰਸਾਰ ਨੂੰ ਲੁੱਟਦੇ ਨੇ ਤੇ ਭਗਤਾਂ ਦਾ ਪਾਣੀ ਭਰਦੇ ਨੇ। ਮਤਲਬ ਸਮਝਾਉਂਦੇ ਨੇ, ਸਗਲ ਸ੍ਰਿਸ਼ਟ ਕੇ ਪੰਜ ਸਿਕਦਾਰ, ਰਾਮ ਭਗਤ ਕੇ ਪਾਣੀਹਾਰ, ਜਗਤ ਪਾਸ ਤੇ लेते दान, गोबिंद भगत को करे सलाम, लूट लै साकत पत खोवै, साध जना पग मल मल ਧੋਵੈ। ਇਹ ਜਿਹੜੇ ਬਾਦਸ਼ਾਹ ਬਣੇ ਹੋਏ ਨੇ, ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਲਬ ਪਾਪ ਦੂਏ ਰਾਜਾ ਮਹਿਤਾ ਕੂੜ, ਹੋਆ ਸਿਕਦਾਰ, ਕਾਮ ਨੇਵ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ, ਅੰਧੀ ਰੀਤ ਗਿਆਨ ਬਿਹੁਣੀ, ਪਾਹੇ ਭਰੇ ਮੁਰਦਾਰ। ਇਹ ਲਬ ਤੇ ਪਾਪ ਇਹ ਰਾਜੇ ਬਣੇ ਨੇ। ਕੂੜ ਇਹਨਾਂ ਦਾ ਸਲਾਹਕਾਰ ਬਣਿਆ ਹੈ। ਏਦਾਂ ਇਹਨਾਂ ਦਾ ਰਾਜ ਚੱਲਦਾ ਹੈ। ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ। ਇਹਨਾਂ ਨੂੰ ਫਿਰ ਆਪ ਪਰਮੇਸ਼ਰ ਸਾਡੇ ਵਸ ਕਰ ਦਿੰਦਾ ਹੈ। ਬਾਦਸ਼ਾਹ ਸਭ ਵਸ ਕਰਦੀ ਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਫਿਰ ਇਹ ਜਿਹੜੇ ਸਾਡੇ ਪੰਜ ਲੁੱਟਦੇ ਸੀ ਸਾਡਾ ਅੰਮ੍ਰਿਤ, ਤੇ ਫਿਰ ਅੰਮ੍ਰਿਤ ਲੁੱਟ ਨਹੀਂ ਸਕਦੇ। ਫਿਰ ਸਾਡਾ ਮਨ ਅੰਮ੍ਰਿਤ ਪੀਂਦਾ ਹੈ। ਫਿਰ ਇਹ ਸਾਡਾ ਅੰਮ੍ਰਿਤ ਨਹੀਂ ਲੁੱਟ ਸਕਦੇ। ਨਿਰਭਉ ਹੋਏ ਭਜੋ ਭਗਵਾਨ। ਫਿਰ ਭਗਵਾਨ ਨੂੰ ਭਜਿਆ ਜਾਂਦਾ ਹੈ ਜਦੋਂ ਮਨ ਨਿਰਭਉ ਹੋ ਜਾਂਦਾ ਹੈ, ਜਦੋਂ ਭੈ ਖਤਮ ਹੋ ਜਾਂਦਾ ਹੈ। ਕਿਉਂਕਿ ਜਦ ਤੱਕ ਸਾਡਾ ਮਨ ਭੈ ਦੇ ਵਿੱਚ ਹੈ, ਆਪਾਂ ਪ੍ਰਭੂ ਨੂੰ ਨਹੀਂ ਭਜ ਸਕਦੇ। ਤੇ ਭੈ ਸਾਡੇ ਅੰਦਰ ਕੌਣ ਪਾਉਂਦੇ ਨੇ? ਪੰਜੀ। ਇਹ ਮਨ ਨੂੰ ਦਲਾਉਂਦੇ ਨੇ, ਮਨ ਨੂੰ ਭੈ ਦੇ ਵਿੱਚ ਪਾਉਂਦੇ ਨੇ। ਜਦੋਂ ਮਨ ਨਿਰਭਉ ਹੋ ਜਾਂਦਾ ਹੈ, ਫਿਰ ਉਸ ਮਾਲਕ ਨੂੰ ਭਜਦਾ ਹੈ। ਨਿਰਭਉ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀਨੋ ਦਾਨ। ਸਾਧੂ ਜਨਾਂ ਦੀ ਸੰਗਤ, ਕਿਉਂਕਿ ਉੱਥੇ ਆਪ ਮਾਲਕ ਆਪਣਾ ਇਹ ਗਿਆਨ ਦਿੰਦਾ ਹੈ, ਦਾਨ ਦਿੰਦਾ ਹੈ। ਸਾਧੂ ਜਨਾਂ ਦੀ ਸੰਗਤ 'ਚ
ਪਰ ਸਾਧੂ ਜਦੋਂ ਉਸ ਮਾਲਕ 'ਚ ਸਮਾਉਂਦਾ ਹੈ, ਜਿਸ ਨੂੰ ਆਪਣਾ ਬਣਾ ਲੈਂਦਾ ਹੈ, ਉਹਦੇ ਹਿਰਦੇ 'ਚ ਵਸਦਾ ਹੈ, ਉਹਦੀ ਰਸਨਾ ਤੋਂ ਬੋਲਦਾ ਹੈ। ਸਰਨ ਪਰੇ ਪ੍ਰਭ ਅੰਤਰਜਾਮੀ, ਨਾਨਕ ਓਟ ਪਕਰੀ ਪ੍ਰਭ ਸੁਆਮੀ। ਜਿਹੜੇ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਵਸਦੇ ਨੇ, ਪ੍ਰਭੂ ਦੇ ਅੰਤਰਜਾਮੀ ਦੇ, ਤੇ ਉਸ ਪ੍ਰਭੂ ਦੀ ਓਟ ਰੱਖਦੇ ਨੇ, ਸਿਰਫ ਉਸ ਦੀ, ਉਹਨਾਂ ਦੀ ਸੰਗਤ ਜਾ ਕੇ ਸਾਨੂੰ ਥਿਰ ਘਰ ਦੀ ਸੋਝੀ ਆਉਂਦੀ ਹੈ। ਜੇ ਅਸੀਂ ਥਿਰ ਘਰ ਦੇ ਵਿੱਚ ਵਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਮਾਲਕ ਸਾਡੇ ਕਾਰਜ ਆਪ ਸਵਾਰਦਾ ਹੈ, ਸਤਿਗੁਰ ਸਾਡੇ ਕਾਰਜ ਆਪ ਸਵਾਰਦਾ ਹੈ। ਲੇਕਿਨ ਥਿਰ ਘਰ ਦੇ ਵਿੱਚ ਆਪਾਂ ਗੁਰ ਦੇ ਗਿਆਨ ਦੁਆਰਾ ਜਾ ਸਕਦੇ ਹਾਂ। ਥਿਰ ਘਰ ਕਹਿ ਦਿੱਤਾ ਹੈ, ਨਿਜ ਘਰ ਕਹਿ ਦਿੱਤਾ ਹੈ, ਸੂਖ ਮਹਿਲ ਕਹਿ ਦਿੱਤਾ ਹੈ। ਆਓ ਅਗਲਾ ਸ਼ਬਦ ਹੈ ਗੌੜੀ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ। ਰਹੋ ਪੰਕਤੀਆਂ ਨੇ ਸ਼ਬਦੀਆਂ। ਸਭ ਭੈ ਮਿਟ ਹੈ ਤੁਮਾਰੈ ਨਾਏ, ਕਿ ਸਾਰਾ ਭੈ ਮਿਟ ਜਾਂਦਾ ਹੈ, ਪਰ ਮਿਟਦਾ ਕਿਵੇਂ ਹੈ? ਉਸ ਪ੍ਰਭੂ ਦੇ ਨਾਮ ਦੁਆਰਾ। ਜਦੋਂ ਉਸ ਪ੍ਰਭੂ ਦੇ ਨਾਮ ਨੂੰ ਬੁਝ ਲੈਂਦੇ ਹਾਂ, ਨਾਮ ਨੂੰ ਧਿਆ ਕੇ, ਸਾਡਾ ਭੈ ਖਤਮ ਹੁੰਦਾ ਹੈ, ਕਿਉਂਕਿ ਨਾਮ ਨਿਰਭਉ ਹੈ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਉਹ ਨਿਰਭਉ ਹੈ, ਨਿਰਵੈਰ ਹੈ। ਜਦੋਂ ਅਸੀਂ ਉਸ ਨੂੰ ਧਿਆਉਂਦੇ ਹਾਂ ਤੇ ਧਿਆ ਕੇ ਸਾਡਾ ਮਨ ਵੀ ਨਿਰਭਉ ਹੋ ਜਾਂਦਾ ਹੈ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਮਹਾਰਾਜ ਸਮਝਾਉਂਦੇ ਨੇ ਵੀ ਉਹਦੇ ਨਾਮ ਦੁਆਰਾ ਹੀ ਭੈ ਖਤਮ ਹੁੰਦੇ ਨੇ। ਭੇਟਤ ਸੰਗ ਹਰ ਹਰ ਗੁਣ ਗਾਏ। ਜਿਨ੍ਹਾਂ ਦਾ ਆਪਣਾ ਭੈ ਖਤਮ ਹੋਇਆ, ਨਿਰਭਉ ਹੋਏ ਨੇ, ਉਹਦੇ ਨਾਮ ਦੁਆਰਾ ਹੁੰਦੇ ਨੇ। ਤੇ ਐਸੇ ਜਨਾਂ ਨੂੰ ਮਿਲ ਕੇ, ਕਿਉਂਕਿ ਉਹ ਫਿਰ ਹਰੀ ਦੇ ਗੁਣ ਗਾਉਂਦੇ ਨੇ, ਤੇ ਐਸੇ ਜਨਾਂ ਨੂੰ ਮਿਲ ਕੇ ਆਪਾਂ ਉਹਦੇ ਗੁਣਾਂ ਨੂੰ ਗੁਣ ਲੈ ਸਕਦੇ ਹਾਂ, ਗੁਣਾਂ ਨੂੰ ਸਮਝ ਸਕਦੇ ਹਾਂ। ਭੇਟਤ ਸੰਗ ਹਰ ਹਰ ਗੁਣ ਗਾਏ, ਵੀ ਜਿਹੜੇ ਹਰੀ ਦੇ ਗੁਣ ਗਾਉਂਦੇ ਨੇ, ਐਸੇ ਜੀਵਾਂ ਨੂੰ ਮਿਲ ਕੇ ਆਪਾਂ ਹਰੀ ਦੇ ਗੁਣਾਂ ਨੂੰ ਲੈ ਸਕਦੇ ਹਾਂ। ਕਿਉਂਕਿ ਗੁਣ ਤੋਂ ਬਿਨਾਂ ਭਗਤੀ ਸ਼ੁਰੂ ਨਹੀਂ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੁੰਦੀ। ਤੇ ਗੁਣ ਕਿੱਥੋਂ ਮਿਲਦੇ ਨੇ? ਮਹਾਰਾਜ ਸਮਝਾਉਂਦੇ ਨੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਗੁਣਵੰਤੇ ਨੇ ਜਿਨ੍ਹਾਂ ਨੂੰ ਆਪ ਗੁਣ ਦਿੰਦਾ ਹੈ, ਆਪ ਇਹ ਗੁਣ ਦਿੰਦਾ ਹੈ। ਗੁਣ ਕਰਨ ਵਾਲਾ ਕੌਣ? ਆਪ। ਪਰ ਦਿੰਦਾ ਕਿਹਦੇ ਦੁਆਰਾ? ਗੁਣਵੰਤਿਆਂ ਦੁਆਰਾ। ਤਿਹਾ ਕੋਇ ਨ ਸੁਝਈ, ਜੇ ਤਿਸ ਗੁਣ ਕੋਇ ਕਰੇ। ਵੀ ਦੂਜਾ ਨਹੀਂ ਕੋਈ ਜਿਹੜਾ ਐਸਾ ਗੁਣ ਦੇ ਸਕਦਾ ਹੋਵੇ ਜਿਹਨੂੰ ਆਪ ਮਾਲਕ ਦਿੰਦਾ ਹੈ, ਜਿਹਨੂੰ ਗੁਣਵੰਤੇ ਕਹਿ ਦਿੰਦੇ ਹਾਂ। ਜਿਵੇਂ ਪਰਮੇਸ਼ਰ ਨੂੰ ਪੁਰਖ ਤੇ ਸਾਨੂੰ ਨਾਰੀ ਕਿਹਾ ਹੈ, ਇੱਦਾਂ ਤਿੰਨ ਅਵਸਥਾ ਗੁਰਬਾਣੀ ਦੇ ਵਿੱਚ ਬਿਆਨ ਕੀਤੀਆਂ ਨੇ। ਇੱਕ ਆਉਂਦੀ ਹੈ ਕੁਚੱਜੀ। ਕੁਚੱਜੀ ਕੀ ਹੈ? ਕਿ ਜਿਹੜੀ ਸੰਸਾਰਿਕ ਧਨ ਦੌਲਤ ਦੇ ਨਾਲ ਪਿਆਰ ਪਾ ਲੈਂਦੀ ਹੈ, ਪੱਥਰਾਂ ਦੇ ਨਾਲ ਪਿਆਰ ਪਾਉਂਦੀ ਹੈ, ਸੋਨੇ ਰੂਪੇ ਦੇ ਨਾਲ ਪਿਆਰ ਪਾ ਲੈਂਦੀ, ਜਿਹਦੇ ਕਰਕੇ ਪਰਮੇਸ਼ਰ ਤੋਂ ਨੂੰ ਭੁੱਲ ਜਾਂਦੀ ਹੈ। ਉਹ ਕੁਚੱਜੀ ਹੈ। ਇੱਕ ਸੁਚੱਜੀ ਹੈ, ਜਿਹੜੀ ਪ੍ਰਭੂ ਦੇ ਭਾਣੇ ਦੇ ਵਿੱਚ ਰਹਿੰਦੀ ਹੈ, ਉਸ ਨੂੰ ਧਿਆਉਂਦੀ ਹੈ, ਗਿਆਨ ਲੈ ਲੈਂਦੀ ਹੈ ਤੇ ਉਸ ਪ੍ਰਭੂ ਨੇ ਧਿਆਉਂਦੀ ਹੈ, ਲੇਕਿਨ ਇੱਛਾ ਕੋਈ ਨਹੀਂ ਰੱਖਦੀ। ਸਿਰਫ ਜੋ ਮਾਲਕ ਦਿੰਦਾ ਹੈ ਉਸੇ ਦੇ ਭਾਣੇ ਦੇ ਵਿੱਚ ਖੁਸ਼ ਹੈ, ਸੁਚੱਜੀ ਹੈ।
ਫਿਰ ਜਦੋਂ ਐਸੀ ਸੁਚੱਜੀ ਬਣਦੀ ਹੈ ਕਿ ਮਾਲਕ ਖੁਸ਼ ਹੁੰਦਾ ਹੈ ਕਿ ਹਰ ਸਮੇਂ ਮੇਰੇ ਪਾਣੇ 'ਚ ਹੈ, ਕੋਈ ਲੋਭ ਨਹੀਂ, ਕੋਈ ਲਾਲਚ ਨਹੀਂ, ਤੇ ਫਿਰ ਉਸ ਨੂੰ ਗੁਣਵੰਤੀ ਬਣਾ ਦਿੰਦਾ ਹੈ, ਉਸ ਨੂੰ ਇੱਕ ਖਜ਼ਾਨੇ ਦੀਆਂ ਚਾਬੀਆਂ ਦਿੰਦਾ ਹੈ। ਫਿਰ ਉਹ ਗੁਣਵੰਤੀ ਹੈ। ਸੂਹੀ ਰਾਗ ਦੇ ਵਿੱਚ ਗੁਣਵੰਤੀ ਆਉਂਦੀ ਹੈ। ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ, ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ, ਪਾਏ ਜਿਉ ਆਖੋ ਬਿਰਥਾ ਜੀ ਕੀ, ਮਾਰਗ ਦਿਓ ਬਤਾਏ ਜਿਉ, ਸੋਇਓ ਦਸ ਉਪਦੇਸ਼ੜਾ ਮੇਰਾ ਮਨ ਅਨੰਤ ਨ ਕਾਹੂ, ਜਾਏ ਜਿਉ ਇਹ ਮਨ ਤੈਕੂ ਦੇਵ ਸਾਂ, ਹਰ ਮਾਰਗ ਦਿਓ ਬਤਾਏ ਜਿਉ। ਕਿਉਂਕਿ ਫਿਰ ਐਸੇ ਜੀਵਾਂ ਤੋਂ ਕੋਈ ਦਿਸੇ ਜਿਸ ਦੇ ਕੋਲ ਗੁਰ ਦੀ ਸਿੱਖਿਆ ਹੈ, ਉੱਥੇ ਜਾ ਕੇ ਆਪਾਂ ਉਹਨਾਂ ਨੂੰ ਗੁਣਵੰਤੇ ਕਹਿੰਦੇ ਹਾਂ। ਇਸ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਐਸੇ ਜੀਵਾਂ ਨੂੰ ਮਿਲ ਕੇ ਫਿਰ ਆਪਾਂ ਇਹ ਗਿਆਨ ਲੈ ਸਕਦੇ ਹਾਂ, ਜਿਹਦੇ ਦੁਆਰਾ ਸਾਡਾ ਭੈ ਵੀ ਮਿਟਦਾ ਹੈ। ਆਓ ਹੁਣ ਸ਼ਬਦ ਸ਼ੁਰੂ ਕਰਦੇ ਹਾਂ। ਜਿਹੜੇ ਹਰੀ ਤੇ ਸੰਗ ਰਤੇ ਜਾਂਦੇ ਨੇ, ਉਹਨਾਂ ਦੀ ਪਹਿਚਾਣ ਕਰਵਾਉਂਦੇ ਨੇ ਇਸ ਸ਼ਬਦ ਦੇ ਵਿੱਚ। ਹਰ ਸੰਗ ਰਾਤੇ ਭਾਹੇ ਨਾ ਜਲੈ, ਉਹਨਾਂ ਨੂੰ ਮਾਇਆ ਦੀ ਅਗਨ ਸਾੜਦੀ ਨਹੀਂ ਹੈ। ਜਿਹੜੇ ਹਰੀ ਦੇ ਰੰਗ ਦੇ ਵਿੱਚ ਰੱਤੇ ਜਾਂਦੇ ਨੇ, ਜਿਹੜੇ ਹਰੀ ਦਾ ਸੰਗ ਕਰਦੇ ਨੇ। ਹਰ ਸੰਗ ਰਾਤੇ ਮਾਇਆ ਨਹੀਂ ਛਲੈ, ਨਾ ਤਾਂ ਉਸ ਮਾਇਆ ਦੇ ਵਿੱਚ ਜਲਦੇ ਨੇ ਤੇ ਨਾ ਮਾਇਆ ਉਹਨਾਂ ਨੂੰ ਨਾਲ ਛਲ ਕਰ ਸਕਦੀ, ਉਹਨਾਂ ਨੂੰ ਠੱਗ ਸਕਦੀ ਹੈ। ਕਿਉਂਕਿ ਮਾਇਆ ਕੋਈ ਪੈਸੇ ਹੀ ਨਹੀਂ ਹੈ। ਮਾਇਆ ਦੀਆਂ ਬਹੁਤ ਸਾਰੀਆਂ ਕਿਸਮਾਂ ਨੇ। ਮਾਇਆ ਸਾਨੂੰ ਠੱਗਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਹੱਟ ਲਾਉਂਦੀ ਹੈ। ਮਾਇਆ ਵਡਿਆਈ ਦੇ ਵਿੱਚ ਆ ਜਾਂਦੀ ਹੈ, ਤੇ ਮਾਇਆ ਜਿਹੜੀ ਹੈ ਜੋਬਨ ਦੇ ਵਿੱਚ ਆ ਜਾਂਦੀ ਹੈ, ਤੇ ਇੱਦਾਂ ਹੀ ਹੋਰ ਬਹੁਤ ਤਰੀਕੇ ਦੇ ਨਾਲ ਪਰਿਵਾਰ, ਬਹੁਤ ਤਰ੍ਹਾਂ ਦੀ ਮਾਇਆ ਹੈ ਜਿਹੜੀ ਸਾਨੂੰ ਠੱਗਣ ਦੀ ਕੋਸ਼ਿਸ਼ ਕਰਦੀ ਹੈ। ਪਰ ਜਿਹੜੇ ਹਰੀ ਨਾਲ ਰੱਤੇ ਜਾਂਦੇ, ਉਹਨਾਂ ਨੂੰ ਨਹੀਂ ਠੱਗਦੀ। ਜਿਹਨੂੰ ਮਹਾਰਾਜ ਸਮਝਾਉਂਦੇ ਨੇ ਮਾਇਆ ਕਿਵੇਂ ਰੂਪਾਂ 'ਚ ਆਉਂਦੀ ਹੈ। ਰਾਜ, ਮਾਲ, ਰੂਪ, ਜਾਤ, ਜੋਬਨ, ਉੱਚੀ ਜਾਤ, ਜਵਾਨੀ, ਰਾਜ, ਧਨ ਦੌਲਤ, ਇਹ ਸਾਰੇ ਠੱਗ ਨੇ। ਇਹ ਠੱਗਦੀ ਹੈ ਸਾਨੂੰ। ਪਰ ਜਦੋਂ ਆਪਾਂ ਹਰੀ ਨਾਲ ਰੱਤੇ ਜਾਂਦੇ, ਫਿਰ ਇਹ ਸਾਨੂੰ ਠੱਗ ਨਹੀਂ ਸਕਦੀ, ਸਾਡੇ ਨਾਲ ਛਲ ਨਹੀਂ ਕਰ ਸਕਦੀ। ਹਰ ਸੰਗ ਰਾਤੇ ਮਾਇਆ ਨਹੀਂ ਛਲੈ, ਹਰ ਸੰਗ ਰਾਤੇ ਨਹੀਂ ਡੂਬੈ ਜਲਾ। ਵੀ ਹਰੀ ਦੇ ਨਾਲ ਜਿਹੜੇ ਰੱਤੇ ਜਾਂਦੇ ਨੇ, ਉਹ ਨਹੀਂ ਡੁੱਬ ਸਕਦੇ। ਕਿੱਥੇ ਨਹੀਂ ਡੁੱਬ ਸਕਦੇ? ਇਸ ਸਤੋ ਗੁਣ ਦੇ ਉੱਤੇ ਵੀ ਨਹੀਂ ਉਹ ਡੁੱਬਦੇ। ਕਿਉਂਕਿ ਜਿਹੜਾ ਜਲ ਹੈ, ਜਿਵੇਂ ਸਰੀਰ ਕਰਕੇ ਪਾਣੀ 'ਚ, ਇੱਥੇ ਸਤੋ ਗੁਣ ਦੇ ਕੁਛ ਵਿਚਾਰ ਨੇ ਜਿਹੜੇ ਕਿ ਉੱਥੇ ਜੀਵ ਫਸ ਜਾਂਦੇ ਨੇ ਸਤੋ ਗੁਣ ਦੇ ਉੱਤੇ। ਪਰ ਜਿਹੜੇ ਹਰੀ ਦੇ ਨਾਲ ਰੱਤੇ ਜਾਂਦੇ ਨੇ, ਉਹ ਤਿੰਨਾਂ ਗੁਣਾਂ ਨੂੰ ਛੱਡ ਜਾਂਦੇ ਨੇ। ਪਾਣੀ ਤੋਂ ਸਤੋ ਗੁਣ ਹੈ, ਪੌਣ ਤੋਂ ਰਜੋ ਗੁਣ ਹੈ, ਤੇ ਅਗਨ ਤੋਂ ਤਮੋ ਗੁਣ ਹੈ। ਤਿੰਨ ਗੁਣ ਨੇ ਜਿਹੜੇ। ਪਾਣੀ ਤੋਂ ਵਿਸ਼ਨੂੰ ਹੈ, ਪੌਣ ਤੋਂ ਬ੍ਰਹਮਾ ਹੈ, ਤੇ ਅਗਨ ਤੋਂ ਸ਼ਿਵ ਜੀ ਹੈ। ਤਮੋ ਗੁਣ, ਸਤੋ ਗੁਣ, ਰਜੋ ਗੁਣ, ਤਿੰਨ ਗੁਣ ਨੇ ਜਿਹੜੇ। ਇਹਨਾਂ ਤਿੰਨਾਂ ਗੁਣਾਂ ਦੇ ਵਿੱਚੋਂ ਜਿੱਥੇ ਜਾ ਕੇ ਜੀਵ ਫਸਦਾ ਹੈ, ਮੇਨ ਜਿੱਥੇ ਜੀਵ ਆਪਣੇ ਆਪ ਨੂੰ ਧਰਮੀ ਸਮਝਦਾ, ਉਹ ਸਤੋ ਗੁਣ 'ਤੇ ਜਾ ਕੇ ਫਸ ਜਾਂਦਾ, ਕਿਉਂਕਿ ਉਸ ਤੋਂ ਅੱਗੇ ਉਸ ਨੂੰ ਮਾਰਗ ਨਹੀਂ ਲੱਭਦਾ। ਬੇਸ਼ੱਕ ਸਤੋ ਗੁਣ ਜਿਹੜਾ ਹੈ ਬਹੁਤ ਵਧੀਆ ਹੈ, ਤਿੰਨਾਂ ਗੁਣਾਂ ਦੇ ਵਿੱਚੋਂ ਉੱਤਮ ਹੈ, ਲੇਕਿਨ ਉੱਥੇ ਤੱਕ ਮੁਕਤੀ ਨਹੀਂ ਹੈ, ਕਿਉਂਕਿ ਮਾਇਆ ਹੀ ਹੈ। ਇਹ ਸਾਰੀ ਮਾਇਆ ਹੈ। ਜਿਹਨੂੰ ਮੈਂ ਸਮਝਾਉਂਦੇ ਨੇ, ਰਾਜਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨੈ,
ਤਿੰਨ ਹੀ ਪਰਮ ਪਦ ਪਾਇਆ। ਉੱਥੋਂ ਚੌਥੇ ਪਦ ਤੱਕ ਕੋਈ ਵਿਰਲਾ ਜਾਂਦਾ ਹੈ। ਜਿਹੜੇ ਚੌਥੇ ਪਦ ਚਲੇ ਗਏ ਉਹ ਮਾਇਆ ਦੇ ਵਿੱਚ ਨਹੀਂ ਰਲਦੇ, ਕਿਉਂਕਿ ਮਾਇਆ ਇਹ ਤਿੰਨੇ ਜਿਹੜੇ ਨੇ ਇਹ ਮਾਲਕ ਦੇ ਪਰਮੇਸ਼ਰ ਦੇ ਦਾਸ ਨੇ। ਹਰ ਸੰਗ ਰਾਤੇ ਸੁਫਲ ਫਲਾ, ਫਿਰ ਉਹ ਸਦਾ ਫਲਦੇ ਨੇ। ਸੁਫਲ ਕਿਹੜਾ ਫਲ? ਨਾਮ ਰੂਪੀ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ, ਤੇ ਉਹਨਾਂ ਦੇ ਕੋਲ ਮਾਲਕ ਨਾਮ ਦਾ ਖਜ਼ਾਨਾ ਦਿੰਦਾ ਹੈ, ਜਿਹੜਾ ਮੋਕਸ਼ ਫਲ ਹੈ। ਹਰ ਸੰਗ ਰਾਤੇ ਮਿਟੈ ਸਭ ਚਿੰਤਾ, ਹਰੀ ਦੇ ਸੰਗ ਰਤਿਆਂ ਦੀਆਂ ਚਿੰਤਾਵਾਂ ਮਿਟਦੀਆਂ ਨੇ। ਹਰ ਸੋ ਰਚੈ ਜਿਸ ਸਾਧ ਕਾ ਮੰਤਾ, ਪਰ ਹਰੀ ਦੇ ਨਾਲ ਕੌਣ ਰਤਦਾ ਹੈ? ਜਿਹਦੇ ਕੋਲ ਸਾਧੂ ਜਨਾਂ ਤੋਂ ਮਿਲਿਆ ਮੰਤਰ ਹੈ। ਸਾਧੂ ਤੋਂ ਜਿਹੜਾ ਗੁਰ ਮੰਤਰ ਹੈ, ਜਿਹੜਾ ਧਿਆਨ ਮਾਰਗ ਹੈ, ਜਿਹੜੇ ਸਾਧੂ ਜਨਾਂ ਤੋਂ ਇਹ ਗਿਆਨ ਲੈ ਕੇ ਸਿੱਖ ਕੇ ਚੱਲਦੇ ਨੇ, ਉਹ ਹਰੀ ਦੇ ਨਾਲ ਰਤੇ ਜਾਂਦੇ ਨੇ। ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ, ਹਰੀ ਦੇ ਨਾਲ ਰਤੇ ਗਏ ਜਮਾਂ ਦਾ ਡਰ ਖਤਮ ਹੋ ਜਾਂਦਾ ਹੈ, ਕਿਉਂਕਿ ਜਮ ਮਾਰਗ ਹੀ ਬੰਦ ਹੋ ਜਾਂਦਾ ਹੈ। ਇਹ ਸਾਡਾ ਰਸਤਾ ਜਿਸ ਪਾਸੇ ਜਮ ਮਾਰਗ ਹੈ, ਜਿਸ ਪਾਸੇ ਧਰਮਰਾਜ ਦਾ ਰਸਤਾ ਹੈ, ਆਹ ਰਸਤਾ ਹੀ ਸਾਡਾ ਬੰਦ ਹੋ ਜਾਂਦਾ ਹੈ। ਜਿਹੜੇ ਜੀਵ ਅਭਿਆਸ ਕਰਦੇ ਨੇ, ਧਿਆਨ ਨਾਲ ਦੇਖੂਗੇ ਕਿ ਆਹ ਰਸਤਾ ਸਾਡਾ ਬੰਦ ਹੋਊਗਾ। ਆਪਾਂ ਕਿਸ ਰਸਤੇ? ਇੱਧਰ ਨੂੰ ਚੱਲਦੇ ਹਾਂ, ਕਿਉਂਕਿ ਇਹ ਸੂਰਜ ਇਹ 'ਚ ਸਮਾ ਜਾਂਦਾ ਹੈ ਚੰਦਰਮਾ ਦੇ ਵਿੱਚ, ਤੇ ਜਮਾਂ ਦਾ ਰਸਤਾ ਬੰਦ, ਕਿਉਂਕਿ ਦੋ ਹੀ ਰਸਤੇ ਨੇ, ਇੱਕ ਜਮ ਮਾਰਗ ਹੈ ਤੇ ਇੱਕ ਗੋਬਿੰਦ ਮਾਰਗ ਹੈ। ਗੁਰ ਦਾ ਮਾਰਗ ਜਿਹੜਾ, ਉਸਨੂੰ ਗੋਬਿੰਦ ਮਾਰਗ ਕਹਿੰਦੇ ਹਨ, ਤੇ ਧਾਤ ਦਾ ਰਸਤਾ ਹੈ ਉਹ ਜਮਾਂ ਦਾ ਮਾਰਗ ਹੈ। ਦੋ ਹੀ ਰਸਤੇ ਨੇ। ਇਸ ਕਰਕੇ ਸਮਝਾਉਂਦੇ ਨੇ ਵੀ ਜਮਾਂ ਦਾ ਡਰ, ਜਿਹੜੇ ਹਰੀ ਨਾਲ ਰੱਤੇ ਜਾਂਦੇ, ਜਮਾਂ ਦਾ ਡਰ ਖਤਮ ਹੋ ਜਾਂਦਾ ਹੈ। ਹਰ ਸੰਗ ਰਾਤੇ ਪੂਰਨ ਆਸ, ਹਰੀ ਦੇ ਨਾਲ ਰੱਤੇ ਜਾਂਦੇ, ਉਹਨਾਂ ਦੀ ਆਸ ਪੂਰੀ ਹੁੰਦੀ ਹੈ। ਕਿਹੜੀ? ਮੁਕਤੀ ਦੀ ਸਭ ਤੋਂ ਵੱਡਾ ਜਿਹੜਾ ਮੁਕਤ ਫਲ ਹੈ। ਜੋ ਹੋਰ ਵੀ ਪ੍ਰਭੂ ਦੀ ਸਿਫਤ ਸਲਾਹ ਦਾ ਕੱਪੜਾ ਮੰਗਦੇ ਨੇ, ਉਹਨਾਂ ਨੂੰ ਕੱਪੜਾ ਵੀ ਮਿਲਦਾ ਹੈ, ਨਾਮ ਦਾ ਭੋਜਨ ਵੀ ਮਿਲਦਾ ਹੈ, ਮਨ ਇਸ਼ਨਾਨ ਵੀ ਕਰਦਾ ਹੈ, ਮਨ ਵਣਜ ਵੀ ਕਰਦਾ ਹੈ, ਪਰ ਕਰਦਾ ਹੈ ਨਾਮ ਦਾ, ਅਮੁੱਲ ਖਜ਼ਾਨੇ ਦਾ, ਜਿਸ ਦੇ ਵੱਟੇ ਆਪਾਂ ਲੈਂਦੇ ਕੁਛ ਨਹੀਂ। ਜਿਸ ਵਣਜ ਨੂੰ ਆਪਾਂ ਮਾਇਆ ਵਿੱਚ ਨਹੀਂ ਲੈ ਕੇ ਆਉਂਦੇ, ਕਿਉਂਕਿ ਮਾਇਆ ਹੀ ਚੱਲਦੀ ਹੈ। ਜਿਹੜੀ ਇਸ ਪੂਜਾ ਦਾ ਤਨ ਹੈ, ਇਹ ਸਭ ਤੋਂ ਮਾੜਾ ਹੈ, ਬਿਖ ਹੈ ਇਹ ਸਾਡੇ ਮਨ ਵਾਸਤੇ। ਇਸ ਕਰਕੇ ਇਹ ਜੋ ਵਿਦਿਆ ਜਿਹੜੀ ਹੈ, ਜਦੋਂ ਇਹ ਮਾਲਕ ਵਿਦਿਆ ਦਿੰਦਾ ਹੈ, ਸਾਜਦਾ ਹੈ, ਤੇ ਫਿਰ ਇਹ ਜੇ ਵਿਦਿਆ ਨੂੰ ਆਪਾਂ ਵੇਚਦੇ ਹਾਂ, ਫਿਰ ਸਾਡਾ ਜੀਵਨ ਜਿਹੜਾ ਵਿਅਰਥ ਚਲੇ ਜਾਂਦਾ ਹੈ। ਮਾਇਆ ਕਾਰਨ ਵਿਦਿਆ ਵੇਚੈ, ਜਨਮ ਅਕਾਰਥ ਜਾਈ, ਅਕਰਥ ਚਲੇ ਜਾਂਦਾ ਹੈ, ਵਿਅਰਥ ਚਲੇ ਜਾਂਦਾ ਹੈ। ਪਰ ਵਿਦਿਆ ਜਿਹੜੀ ਬ੍ਰਹਮ ਵਿਦਿਆ ਹੈ, ਇਹ ਕੋਈ ਸੰਸਾਰੀ ਜੀਵ ਨਹੀਂ ਦੇ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਪ੍ਰਭੂ ਦੇ ਨਾਲ ਮਿਲਾ ਕੇ ਆਪਣੇ ਸਿੱਖਾਂ ਨੂੰ ਫਿਰ ਦੱਸਦੇ ਨੇ ਕਿ ਅਸੀਂ ਜੋ ਵੀ ਕੀਤਾ ਹੈ, ਇਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਕੀਤਾ ਹੈ। ਇਸੇ ਨੇ ਸਾਨੂੰ ਸਾਜਿਆ ਹੈ। इन ही की कृपा के सजे हम हैं, नहीं मोह से गरीब करोड़ पे। इन ही की कृपा से विद्या लई, इन ही की कृपा से शत्रु मरे। भी साडे शत्रु भी मरदे ने, ਜਿਹੜੇ ਪੰਜ ਸ਼ਤਰੂ ਨੇ ਉਹ ਵੀ ਉਸ ਪ੍ਰਭੂ ਦੀ ਕਿਰਪਾ ਨਾਲ ਮਰਦੇ ਨੇ। ਵਿਦਿਆ ਵੀ ਉਹ ਦਿੰਦਾ ਹੈ, ਉਸ ਤੋਂ ਬਿਨਾਂ ਦੂਜਾ ਇਹ ਗਿਆਨ ਨਹੀਂ ਦੇ ਸਕਦਾ। ਪਰ ਇਹ ਵਿਦਿਆ ਨੂੰ ਜੇ ਆਪਾਂ ਮਾਇਆ ਕਰਕੇ ਵੇਚਾਂਗੇ, ਸਾਡਾ ਆਪਣਾ ਜਨਮ ਹੀ ਵਿਅਰਥ ਚਲੇ ਜਾਂਦਾ ਹੈ, ਅਸੀਂ ਖੁਦ ਹੀ ਡੁੱਬ ਜਾਵਾਂਗੇ। ਇਸ ਕਰਕੇ ਸਮਝਾਉਂਦੇ ਨੇ ਵੀ ਜਿਹੜੇ ਫਿਰ ਹਰੀ ਦੇ ਵਿੱਚ ਰੱਤੇ ਜਾਂਦੇ ਨੇ,
ਉਹ ਫਿਰ ਉਹਨਾਂ ਦੀ ਆਸ ਕਿਹੜੀ ਹੈ? ਪ੍ਰਭੂ ਦੇ ਨਾਮ ਦੀ, ਪ੍ਰਭੂ ਦੀ ਸਿਫਤ ਸਲਾਹ ਦੀ। ਕੱਪੜਾ ਕਿਹੜਾ ਪਹਿਨਦੇ ਨੇ? ਸਿਫਤ ਸਲਾਹ ਦਾ। ਕੀ ਮੰਗਦੇ ਨੇ? ਬਸ ਹੋਰ ਸਾਨੂੰ ਨਹੀਂ ਚਾਹੀਦਾ, ਬਸ ਤੇਰਾ ਤੇ ਤੋਂ ਨਾ ਅਸੀਂ ਵਿਛੜੀਏ। ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ, ਦੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਕਿਉਂਕਿ ਮਨ ਦੀ ਭੁੱਖ ਤਾਂ ਨਾਮ ਨਾਲ ਮਿਟਣੀ ਹੈ, ਸੰਤੋਖ ਦੇ ਨਾਲ ਆਉਣੀ ਹੈ। ਤੇ ਇਹ ਭੋਜਨ ਸਾਡਾ ਕਿੱਥੇ ਰੱਖਿਆ ਹੈ? ਮਾਲਕ ਨੇ ਆਪਣੇ ਘਰ ਦੇ ਵਿੱਚ, ਮੁਦਾਬਨੀ ਦੇ ਵਿੱਚ। ਜਿਵੇਂ ਆਪਾਂ ਭੋਜਨ ਰੱਖਦੇ ਹਾਂ, ਕੋਈ ਘਰਾਂ ਦੇ ਵਿੱਚ ਆਪਾਂ ਬਣਾਈਆਂ ਹੁੰਦੀਆਂ ਸੀ ਅਲਮਾਰੀਆਂ, ਜਿੱਥੇ ਜਾਲੀਆਂ ਲੱਗੀਆਂ, ਜਿਹਦੇ ਅੰਦਰ ਕੋਈ ਚੀਜ਼ ਨਹੀਂ ਵੜ ਸਕਦੀ। ਇੱਦਾਂ ਹੀ ਮਾਲਕ ਨੇ ਸਾਡਾ ਭੋਜਨ ਰੱਖਿਆ, ਜਿੱਥੇ ਕੁਛ ਹੋਰ ਨਹੀਂ ਜਾ ਸਕਦਾ, ਜਿੱਥੇ ਸਾਡਾ ਮਨ ਹੀ ਜਾ ਕੇ ਭੋਜਨ ਕਰ ਸਕਦਾ ਹੈ, ਜਿਸ ਨੂੰ ਮੁਦਾਬਨੀ ਕਹਿੰਦੇ ਹਾਂ। ਜਿਸ ਵਿੱਚ ਆਪਾਂ ਪੜ੍ਹਦੇ ਹਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਦਾਰੋ। ਇਹ ਵਸਤ ਤਜੀ ਨਹ ਜਾਈ, ਨਿਤ ਨਿਤ ਰਖ ਔਰ ਧਾਰੋ। ਤਮ ਸੰਸਾਰ ਚਰਨ ਲਖ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਫਿਰ ਸਾਨੂੰ ਸਾਰੇ ਬ੍ਰਹਮ ਪਸਾਰੇ ਦਾ ਸੌਜੀ ਆਉਂਦੀ ਹੈ ਕਿ ਇਹ ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਹਰ ਸੰਗ ਰਾਤੇ ਦੁੱਖ ਨਾ ਲਾਗੈ। ਮਨ ਨੂੰ ਫਿਰ ਦੁੱਖ ਨਹੀਂ ਲੱਗਦਾ, ਮਨ ਆਨੰਦ ਦੇ ਵਿੱਚ ਰਹਿੰਦਾ ਹੈ। ਇੰਨੀ ਵੀ ਸਰੀਰ ਨੂੰ ਦੁੱਖ ਨਹੀਂ ਲੱਗਦਾ। ਸਰੀਰਕ ਤੌਰ 'ਤੇ ਤਾਂ ਆਪਾਂ ਦੇਖੀਏ, ਜਿੰਨੇ ਮਰਜ਼ੀ ਜਿਹੜੇ ਵੀ ਆਏ ਪੀਰ ਪੈਗੰਬਰ, ਸਰੀਰਕ ਦੁੱਖ ਉਹਨਾਂ ਨੂੰ ਮਿਲੇ, ਲੇਕਿਨ ਫਿਰ ਵੀ ਮਨ ਆਨੰਦ ਦੇ ਵਿੱਚ ਰਿਹਾ ਹੈ। ਕੋਈ ਵੀ ਆਏ, ਅਵਤਾਰ ਆਏ, ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਜੋ ਵੀ ਆਏ, ਮੁਹੰਮਦ ਜੀ ਆਏ, ਈਸਾ ਜੀ ਆਏ, ਜੋ ਵੀ ਆਇਆ, ਗੁਰੂ ਸਾਹਿਬਾਨ ਆਏ, ਸਰੀਰਕ ਦੁੱਖ ਇਹਨਾਂ ਨੂੰ ਆਏ, ਲੇਕਿਨ ਮਨ ਆਨੰਦ ਦੇ ਵਿੱਚ ਸੀ। ਇਸ ਕਰਕੇ ਮਨ ਨੂੰ ਦੁੱਖ ਨਹੀਂ ਲੱਗਦਾ। ਦੁੱਖ ਕਿਹੜਾ ਹੈ? ਦੁੱਖ ਵਿਛੋੜੇ ਦਾ ਹੈ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮ ਦੂਤ। ਇਹ ਉਸ ਦੇ ਦੁੱਖ ਖਤਮ ਹੋ ਜਾਂਦੇ ਨੇ। ਹਰ ਸੰਗ ਰਾਤਾ ਅਨਦਿਨ ਜਾਗੈ। ਅਨਦਿਨ ਜਾਗਦਾ ਹੈ। ਅਨਦਿਨ ਜਾਗਣ ਦਾ ਮਤਲਬ ਹਰ ਰੋਜ਼ ਆ ਕੇ ਤ੍ਰੈ ਗੁਣਾਂ ਦੇ ਵਿੱਚ ਸੌਂਦਾ ਨਹੀਂ। ਸੌਂਦਾ ਕਿੱਥੇ ਹੈ? ਮਨ ਸਾਡਾ ਤ੍ਰੈ ਗੁਣਾਂ ਦੀਆਂ ਵਿਚਾਰਾਂ ਦੇ ਵਿੱਚ, ਪਰਮੇਸ਼ਰ ਨੂੰ ਭੁੱਲ ਕੇ। ਜਦੋਂ ਪਰਮੇਸ਼ਰ ਨੂੰ ਦੇਖਦਾ ਹੈ, ਤ੍ਰੈ ਗੁਣਾਂ ਤੋਂ ਉੱਤੇ ਰਹਿੰਦਾ ਹੈ, ਫਿਰ ਸਾਡਾ ਮਨ ਜਾਗਦਾ ਹੈ। ਜੇ ਤ੍ਰੈ ਗੁਣਾਂ ਦੀਆਂ ਵਿਚਾਰਾਂ 'ਚ ਪੈ ਕੇ ਮਾਲਕ ਨੂੰ ਭੁੱਲ ਗਿਆ, ਫਿਰ ਸਮਝ ਲੈਂਦੇ ਕਿ ਮਨ ਸੌਂ ਗਿਆ ਹੈ। ਪਰ ਜਦੋਂ ਹਰੀ ਦੇ ਨਾਲ ਰਤਿਆ ਜਾਂਦਾ ਹੈ, ਫਿਰ ਭਰਮ ਨਹੀਂ ਪੈਂਦਾ, ਕਿਉਂਕਿ ਭਰਮ ਦੇ ਵਿੱਚ ਸੰਸਾਰ ਸੌਂਦਾ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ। ਤ੍ਰੈ ਗੁਣਾਂ ਦੇ ਵਿੱਚ ਫਿਰ ਮਨ ਨਹੀਂ ਸੌਂਦਾ। ਹਰ ਸੰਗ ਰਾਤਾ ਸਹਿਜ ਘਰ ਵਸੈ। ਹਰੀ ਸੰਗ ਰਾਤਾ ਸਹਿਜ ਘਰ 'ਚ ਵਸਦਾ ਹੈ, ਕਿਉਂਕਿ ਪਰਮੇਸ਼ਰ ਹੈ ਹੀ ਸਹਿਜ ਦੇ ਵਿੱਚ, ਚੌਥੇ ਪਦ ਵਿੱਚ ਹੈ। ਉੱਥੇ ਸਾਡਾ ਮਨ ਦਾ ਵਾਸਾ ਹੁੰਦਾ ਹੈ। ਹਰ ਸੰਗ ਰਾਤੇ ਭਰਮ ਭਉ ਨਸੈ। ਹਰੀ ਦੇ ਨਾਲ ਰਤਿਆਂ ਸਾਰੇ ਭਰਮ ਡਰ ਖਤਮ ਹੋ ਜਾਂਦੇ ਨੇ, ਨਾਸ ਹੋ ਜਾਂਦਾ ਹੈ। ਹਰ ਸੰਗ ਰਾਤੇ ਮਤ ਉੱਤਮ ਹੋਏ। ਹਰੀ ਦੇ ਨਾਲ ਰਤਿਆਂ ਮਤ ਸਾਡੀ ਉੱਤਮ ਹੁੰਦੀ ਹੈ। ਹਰ ਸੰਗ ਰਾਤੇ ਨਿਰਮਲ ਸੋਏ। ਹਰੀ ਦੇ ਨਾਲ ਰਤੇ ਜਿਹੜੇ ਨੇ ਉਹ ਨਿਰਮਲ ਨੇ, ਕਿਉਂਕਿ ਹਰੀ 'ਚ ਕਦੋਂ ਸਮਾ ਸਕਦਾ ਹੈ ਮਨ? ਜਦੋਂ ਨਿਰਮਲ ਹੋਏਗਾ। ਜੇ ਮੈਲਾ ਹੈ, ਸਮਾ ਨਹੀਂ ਸਕਦਾ। ਜਿਵੇਂ ਸਾਫ਼ ਪਾਣੀ ਦੇ ਵਿੱਚ ਜੇ ਆਪਾਂ ਦੇਖੀਏ, ਜੇ ਸਾਫ਼ ਬੂੰਦ ਪਾ ਦੇਈਏ, ਉਹ ਸਮਾ ਜਾਏਗੀ, ਪੈਂਦੀ ਸਾਰੀ ਸਮਾ ਜਾਏਗੀ। ਜੇ ਆਪਾਂ ਇੱਕ ਮੈਲੀ ਬੂੰਦ, ਚਿੱਕੜ ਦੀ ਇੱਕ ਬੂੰਦ, ਛੱਪੜ 'ਚੋਂ ਲੈ ਕੇ, ਗਾਰੇ 'ਚੋਂ ਲੈ ਕੇ ਪਾਣੀ ਦੀ ਇੱਕ ਬੂੰਦ ਆਪਾਂ ਸਾਫ਼ ਪਾਣੀ ਸਿੱਟ ਦਈਏ, ਤੇ ਉਹ ਸਮਾਏਗੀ ਨਹੀਂ, ਉਹ ਜੁਦੀਓ ਦਿਸੇਗੀ। ਇੱਦਾਂ ਹੀ ਜਿਹੜਾ ਫਿਰ ਮਨ ਹਰੀ 'ਚ ਰਤਦਾ ਹੈ, ਉਹ ਨਿਰਮਲ ਹੋ ਕੇ ਹੀ ਰਤਦਾ ਹੈ। ਜੇ ਨਿਰਮਲ ਨਹੀਂ, ਫਿਰ ਉਹ 'ਚ ਸਮਾ ਨਹੀਂ ਸਕਦਾ।
कहो नानक तिन को बल जाई, जिनको प्रभ मेरा बिसरत नाही। ਮਹਾਰਾਜ ਸਮਝਾਉਂਦੇ ਨੇ ਕਿ ਐਸੇ ਜੀਵਾਂ ਤੋਂ ਬਲਿਹਾਰੇ ਜਾਈਏ ਜਿਨ੍ਹਾਂ ਤੋਂ ਮੇਰਾ ਪ੍ਰਭੂ ਕਦੇ ਬਿਸਰਦਾ ਨਹੀਂ ਹੈ, ਜਿਨ੍ਹਾਂ ਹਰ ਸਮੇਂ ਜਦੋਂ ਦੇਖਣ ਸਾਹਮਣੇ ਪ੍ਰਗਟ ਹੈ, ਹਰ ਸਮੇਂ ਸਾਹਮਣੇ ਹੈ, ਸਦਾ ਹੀ ਹਜ਼ੂਰ ਹੈ, ਜਹਰਾ ਜ਼ਹੂਰ ਹੈ, ਹਾਜ਼ਰ ਹਜ਼ੂਰ ਹੈ। ਫਿਰ ਐਸੇ ਜੀਵਾਂ ਤੋਂ ਸਮਝਾਉਂਦੇ ਨੇ ਬਲਿਹਾਰੇ ਜਾਂਦੇ ਹਾਂ, ਅਤੇ ਐਸੇ ਜੀਵਾਂ ਦੀ ਫਿਰ ਇਹ ਅਵਸਥਾ ਵੀ ਸਾਨੂੰ ਸਮਝਾਈ ਹੈ। ਜੇ ਕੋਈ ਮਾਇਆ ਦੇ ਲੋਭ ਦੇ ਵਿੱਚ ਦੌੜਿਆ ਫਿਰਦਾ ਹੈ, ਲੋਕਾਂ ਨੂੰ ਠੱਗਦਾ ਹੈ, ਵਿਦਿਆ ਨੂੰ ਵੇਚਦਾ ਹੈ, ਫਿਰ ਆਪਾਂ ਸਮਝ ਸਕਦੇ ਹਾਂ ਕਿ ਇਹ ਹਰੀ ਨੂੰ ਮਿਲਿਆ ਨਹੀਂ, ਉਸ 'ਚ ਰਤਿਆ ਨਹੀਂ, ਇੱਕ ਪਖੰਡ ਕਰਦਾ ਹੈ, ਇੱਕ ਭੇਖ ਕਰਦਾ ਹੈ। ਬੇਸ਼ੱਕ ਮੁੱਖੋਂ ਮਿੱਠੀਆਂ ਗੱਲਾਂ ਵੀ ਕਰਦਾ ਹੋਵੇ, ਦਿਖਾਵੇ ਦੇ ਵਿੱਚ ਬਹੁਤ ਹੋਵੇ, ਲੇਕਿਨ ਉਸ ਦੀ ਪਹਿਚਾਣ ਸਾਨੂੰ ਦਿਖਾਈ ਹੈ ਕਿ ਐਸੇ ਜੀਵ ਨੇ ਜਿਹੜੇ ਫਿਰ ਇਹਨਾਂ ਤੋਂ ਦੂਰ ਰਹਿੰਦੇ ਨੇ। ਸੋ ਆਓ ਗੁਰਮੁਖ ਪਿਆਰੇ, ਹੁਣ ਆਪਾਂ ਨਾਲ ਅਭਿਆਸ ਵੀ ਕਰੀਏ। ਅੱਜ ਆਪਾਂ ਅਭਿਆਸ ਹੀ ਕਰਾਂਗੇ ਕਿਉਂਕਿ ਥੋੜ੍ਹਾ ਲੇਟ ਹੋ ਗਿਆ, ਸ਼ਬਦ ਲੰਮਾ ਸੀ, ਇਹ ਟਾਈਮ ਨਾਲ ਸ਼ੁਰੂ ਕੀਤਾ ਸੀ ਲੇਕਿਨ ਵੱਡਾ ਸੀ, ਇਸ ਕਰਕੇ ਟਾਈਮ ਲੱਗ ਗਿਆ। ਆਓ ਆਪਾਂ ਅਭਿਆਸ ਕਰਦੇ ਹਾਂ। ਆਓ ਨੇਤਰ ਸਮ ਕਰੀਏ ਪਹਿਲਾਂ। नीचे ले जो ध्यान, सम करके देखिए अपने आप ਨੂੰ। फिर नीचे ले जो ध्यान,
और फिर सम करके देखिए अपने आप ਨੂੰ। नीचे ध्यान लाइए। हाँ, सामने लेके आइए ध्यान।
ਮਸਤਕ ਦੇ ਸਾਹਮਣੇ ਲੈ ਜੋ ਧਿਆਨ। सामने लेके आइए फिर ध्यान। नीचे लाए जो ध्यान, ध्यान नीचे लाओ। और सम करके देखे अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਹ ਇੱਕ ਵਿਧੀ ਹੈ ਸਤਿਗੁਰ ਦੀ ਸੇਵਾ ਕਰਨ ਦੀ ਨਦਰਾਂ ਦੁਆਰਾ
ਧਿਆ ਕੇ ਆਪਾਂ ਨਿਹਾਲ ਹੋ ਸਕਦੇ ਹਾਂ। ਇਹ ਆਪਣਾ ਇੱਕੋ ਇੱਕ ਵਿਧੀ ਹੈ, ਇੱਕੋ ਗੁਰ ਹੈ, ਇੱਕ ਹੀ ਤਰੀਕਾ ਹੈ ਜਿਸ ਦੁਆਰਾ ਆਪਾਂ ਕਮਾ ਕੇ, ਸੁਣ ਕੇ, ਮੰਨ ਕੇ, ਕਮਾ ਕੇ ਉਸ ਪ੍ਰਭੂ ਦੇ ਦਰਸ਼ਨ, ਨਾਮ ਨੂੰ ਦੇਖ ਕੇ, ਦਰਸ਼ਨ ਕਰਕੇ ਤੇ ਸਾਡਾ ਜੀਵਨ ਸਫਲ ਹੋ ਸਕਦਾ, ਅਸੀਂ ਮੁਕਤ ਹੋ ਸਕਦੇ ਹਾਂ। ਕਿਉਂਕਿ ਧਿਆਨ ਹੀ ਮਾਰਗ ਹੈ। ਪਰਮੇਸ਼ਰ ਧਿਆਨ ਦੇ ਵਿੱਚ ਹੈ, ਹੋਰ ਕਿਸੇ ਤਰੀਕੇ ਦੇ ਨਾਲ ਉਹ ਰਿਝਦਾ ਨਹੀਂ ਹੈ। ਸੋ ਆਓ ਇੰਨੀ ਕੁ ਵਿਚਾਰ ਕਰਦੇ ਹਾਂ। ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।